ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਹੈ। ਭਗਤ ਸਿੰਘ ਸਾਡੇ ਕੋਲ ਇਹੋ ਜਿਹੀ ਅਜ਼ੀਮ ਹਸਤੀ ਨੇ ਜਿਨ੍ਹਾਂ ਨੇ ਬੜੀ ਛੋਟੀ ਉਮਰੇ ਕੁਰਬਾਨੀ ਤਾਂ ਦਿੱਤੀ ਹੀ, ਪਰ ਉਹਨਾਂ ਨੇ ਪੜ੍ਹਨ ਲਿਖਣ ਅਤੇ ਵਿਚਾਰਨ ਦੀ ਜੋ ਮਿਸਾਲ ਸੰਸਾਰ ਅੱਗੇ ਛੱਡੀ ਹੈ, ਨੌਜਵਾਨਾਂ ਅੱਗੇ ਛੱਡੀ ਹੈ, ਉਹ ਲਾਮਿਸਾਲ ਹੀ ਕਹਿ ਸਕਦੇ ਹਾਂ ਆਪਾਂ। ਅਤੇ ਅੱਜ ਦਾ ਨੌਜਵਾਨ, ਅੱਜ ਦੀਆਂ ਮੁਟਿਆਰਾਂ ਅੱਜ ਵੀ ਉਹਨਾਂ ਤੋਂ ਸੇਧ ਲੈਂਦੀਆਂ ਨੇ ਅਤੇ ਉਹਨਾਂ ਦੀ ਰੈਲੇਵੈਂਸ ਹੈ ਅੱਜ ਵੀ ਉਹਨਾਂ ਦੀ ਫਿਲਾਸਫੀ ਦੀ, ਉਹਨਾਂ ਦੇ ਚਿੰਤਨ ਦੀ। ਅਤੇ ਇਸ ਸਿਲਸਿਲੇ ਵਿੱਚ ਅਸੀਂ ਨੌਜਵਾਨਾਂ ਨਾਲ ਇੰਟਰਵਿਊਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਟੀਵੀ ਪੰਜਾਬ ਵੱਲੋਂ। ਅਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਹਿਲੀ ਮਹਿਲਾ ਪ੍ਰਧਾਨ ਵਿਦਿਆਰਥੀ ਯੂਨੀਅਨ ਦੀ, ਕਨੂੰ ਪ੍ਰਿਆ ਜੀ। ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਨੂੰ ਜੀ, ਸਾਨੂੰ ਇਹ ਦੱਸੋ ਕਿ ਸ਼ਹੀਦ ਭਗਤ ਸਿੰਘ ਜੋ ਇਕੱਲੇ ਸ਼ਹੀਦ ਹੀ ਨਹੀਂ, ਪੜ੍ਹਨ ਲਿਖਣ ਅਤੇ ਚਿੰਤਨ ਦੇ ਪੱਖੋਂ ਉਹਨਾਂ ਦੀ ਇੱਕ ਵਿਸ਼ੇਸ਼ ਥਾਂ ਹੈ ਅਤੇ ਸਾਰਾ ਨੌਜਵਾਨ ਵਰਗ ਉਹਨਾਂ ਤੋਂ ਸੇਧ ਲੈਂਦਾ ਹੈ। ਤੁਸੀਂ ਅੱਜ ਦੇ ਯੁੱਗ ਵਿੱਚ, ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕਿੰਨੀ ਕੁ ਜ਼ਰੂਰਤ ਮੰਨਦੇ ਹੋ ਅਤੇ ਉਹਨਾਂ ਦੀ ਜਿਹੜੀ ਫਿਲਾਸਫੀ ਹੈ, ਉਹਨਾਂ ਦੀ ਵਿਚਾਰਧਾਰਾ ਸੀ, ਉਹ ਅੱਜ ਕਿੰਨੀ ਕੁ ਤਰਕ ਸੰਗਤ ਹੈ? ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਅੱਜ ਦੇ ਸਮੇਂ 'ਤੇ ਹੀ ਗੱਲ ਕਰ ਲਈਏ। ਜੀ ਜੀ। ਅੱਜ ਦਾ ਉਹ ਸਮਾਂ ਜਿਸ ਵਿੱਚ ਜਿੰਨੇ ਵੀ ਪਿਛਲੇ ਮਹੀਨਿਆਂ ਵਿੱਚ ਪ੍ਰੋਟੈਸਟ ਹੋ ਰਹੇ ਸੀਗੇ, ਜਿੰਨੇ ਵੀ ਸਟੂਡੈਂਟਸ, ਐਕਟਿਵਿਸਟ, ਲਾਇਰ, ਜਰਨਲਿਸਟ ਸੜਕਾਂ 'ਤੇ ਆ ਕੇ ਧਰਨੇ ਲਗਾ ਰਹੇ ਸੀਗੇ ਐਂਟੀ CAA ਦੇ ਖਿਲਾਫ। ਅਤੇ ਅਗਰ ਫਿਲਹਾਲ ਦੇ ਦਿਨਾਂ ਦੀ ਗੱਲ ਕਰੀਏ, ਅੱਜ ਕੱਲ੍ਹ ਵਿੱਚ ਜਿਹੜਾ ਇੱਕ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਹੋਇਆ ਹੈ, ਉਹਦੇ ਵਿਰੋਧ ਵਿੱਚ ਜਿਹੜੇ ਕਿਸਾਨ ਲੜ ਰਹੇ ਨੇ, ਸੜਕਾਂ 'ਤੇ ਆ ਰਹੇ ਨੇ, ਮਜ਼ਦੂਰ, ਬਿਲਕੁਲ ਜੀ ਜੀ। ਤਾਂ ਇਹ ਜਿਹੜਾ ਸਮਾਂ ਹੈਗਾ, ਇਹ ਫਿਰ ਮੁੜ ਉਹ ਸਮਾਂ ਆਇਆ ਹੋਇਆ ਵਾ ਜਿਸ ਵਿੱਚ ਇੱਕ ਫਾਸ਼ਿਸਟ ਰਜੀਮ ਦੇ ਅਗੇਂਸਟ ਇੱਕ ਅਪਰਾਈਜ਼ਿੰਗ ਹੈ ਜੀ। ਇੱਕ ਇਹੋ ਜਿਹੀ ਅਪਰਾਈਜ਼ਿੰਗ ਜਿਹੜੀ ਸਟੂਡੈਂਟਸ, ਲਾਇਰਸ, ਪੀਜ਼ੈਂਟਸ, ਇਹਨਾਂ ਸਭ ਦੇ ਜਿਹੜੇ ਹੈਗੇ ਆ ਪ੍ਰੋਟੈਸਟ ਨਾਲ, ਡਾਇਸੈਂਟ ਨਾਲ ਸ਼ੁਰੂ ਹੁੰਦੀ ਹੈ ਅਤੇ ਉਹ ਇੱਕ ਅੱਗੇ ਨੂੰ ਵੱਧ ਰਹੀ ਹੈ। ਹੁਣ ਇਸ ਸਮੇਂ ਵਿੱਚ ਇਹ ਵੀ ਦੇਖਣ ਵਾਲਾ ਹੈ ਕਿ ਇਹਨਾਂ ਦੇ ਜਿਹੜੇ ਲੀਡਰ ਸੀਗੇ, ਇਹਨਾਂ ਸਾਰੇ ਪ੍ਰੋਟੈਸਟ ਦੇ ਲੀਡਰ, ਸ਼ਾਹੀਨ ਬਾਗ ਵਿੱਚ ਬੈਠੀਆਂ ਔਰਤਾਂ, ਹੌਜ਼ ਦਰਾਨੀ ਵਿੱਚ ਬੈਠੀਆਂ ਔਰਤਾਂ, ਉਸ ਤੋਂ ਇਲਾਵਾ ਜਿੰਨੇ ਵੀ ਐਂਟੀ CAA ਦੇ ਖਿਲਾਫ ਬੋਲ ਰਹੇ ਨੌਜਵਾਨ ਸੀ, ਸ਼ਾਰਜਿਲ ਇਮਾਮ, ਸ਼ਾਰਜਿਲ ਉਸਮਾਨੀ, ਉਮਰ ਖਾਲਿਦ, ਨਤਾਸ਼ਾ ਨਾਰਵਾਲ, ਸਫੂਰਾ ਜ਼ੈਂਗਰ, ਇਹ ਸਭ ਉਹ ਨੌਜਵਾਨ ਨੇ ਜਿਹੜੇ ਕਿ ਇਹਨਾਂ ਮੂਵਮੈਂਟਸ ਲਈ ਲਿਖ ਰਹੇ ਸੀ, ਬੋਲ ਰਹੇ ਸੀ। ਅਤੇ ਸਟੇਟ ਨੇ ਅੱਜ ਦੇ ਸਮੇਂ ਕੀ ਕੀਤਾ? ਇਹਨਾਂ ਸਭ ਨੂੰ ਜੇਲ੍ਹ ਦੇ ਅੰਦਰ ਡੱਕ ਕੇ ਚੁੱਪ ਕਰਾ ਦਿੱਤਾ। ਅਤੇ ਇਹੀ ਲੀਡਰਲੈਸ ਕੋਸ਼ਿਸ਼ ਜਿਹੜੀ ਹੈਗੀ ਆ ਉਸ ਸਮੇਂ ਵਿੱਚ ਦੇਖੀ ਗਈ ਸੀ, ਜਦੋਂ ਭਗਤ ਸਿੰਘ, ਰਾਜਦੇਵ, ਸੁਖਦੇਵ, ਉਸ ਤੋਂ ਇਲਾਵਾ ਚੰਦਰ ਸ਼ੇਖਰ ਆਜ਼ਾਦ, ਇਹ ਸਾਰੀ ਮੂਵਮੈਂਟ ਨੂੰ, ਅਪਰਾਈਜ਼ਿੰਗ ਨੂੰ ਪਲਾਨ ਕਰ ਰਹੇ ਸੀ ਸੈਂਟਰਲ ਕਮੇਟੀ ਦੇ ਅੰਦਰ। ਆਪਣੀ ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਜਿਹੜੀ ਆਰਗੇਨਾਈਜੇਸ਼ਨ ਸੀ, ਉਹਦੇ ਅੰਦਰ ਕਿਹੜੇ ਤਰੀਕੇ ਨਾਲ ਤਿਆਰੀ ਕਰ ਰਹੇ ਸੀਗੇ ਇਹ ਜਿਹੜੇ ਹਾਕਮਾਂ ਦੇ ਵਿਰੁੱਧ ਇੱਕ ਇਹੋ ਜਿਹੇ ਸਮਾਜ ਲਈ ਜਿਸ ਵਿੱਚ ਬਰਾਬਰਤਾ ਹੋਏ। ਤਾਂ ਉਹੀ ਸਮਾਜ ਦੀ ਭਾਲ ਵਿੱਚ ਅੱਜ ਦਾ ਨੌਜਵਾਨ ਵੀ ਹੈ, ਅੱਜ ਦੇ ਵਿਦਿਆਰਥੀ ਵੀ ਹੈ। ਤਾਂ ਫਿਰ ਅਹਿਮੀਅਤ ਭਗਤ ਸਿੰਘ ਦੀ ਹੋਰ ਵੀ ਵੱਧ ਜਾਂਦੀ ਹੈ। ਪਰ ਕਨੂੰ ਪ੍ਰਿਆ, ਉਦੋਂ ਜਿਹੜੇ ਹਾਕਮ ਸੀ ਸ਼ਹੀਦ ਭਗਤ ਸਿੰਘ ਦੇ ਜ਼ਮਾਨੇ ਵਿੱਚ, ਭਗਤ ਸਿੰਘ ਹੋਰਾਂ ਦੇ ਜ਼ਮਾਨੇ ਵਿੱਚ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਹੈ ਨਾ, ਜਤਿਨ ਦਾਸ, ਸਾਰੇ ਉਹਨਾਂ ਦੇ ਸਾਥੀ, ਅਤੇ ਉਹਨਾਂ ਦੇ ਜ਼ਮਾਨੇ ਵਿੱਚ ਸਾਡੇ ਹੁਕਮਰਾਨ ਵਿਦੇਸ਼ੀ ਸਨ, ਗੋਰੇ ਸਨ। ਅਤੇ ਹੁਣ ਤਾਂ ਸਾਡੇ ਕਹਿਣ ਨੂੰ ਸਾਡਾ ਮੁਲਕ ਆਜ਼ਾਦ ਹੈ ਅਤੇ ਸਾਡੇ ਹਾਕਮ ਆਪ ਚੁਣੇ ਹੋਏ ਨੇ ਜਮਹੂਰੀ ਢੰਗ ਨਾਲ। ਉਹ ਜਮਹੂਰੀ ਢੰਗ ਭਾਵੇਂ ਜਿੰਨਾ ਵੀ ਫੇਅਰ ਜਾਂ ਨਾ ਹੈ, ਇਹ ਵੱਖਰਾ ਮੁੱਦਾ ਹੈ, ਪਰ ਉਹ ਸਾਡੇ ਆਪ ਚੁਣੇ ਹੋਏ ਹਾਕਮ ਨੇ। ਇਸ ਵੇਲੇ ਤੁਸੀਂ ਕੀ ਆਖੋਗੇ ਉਹਨਾਂ ਬਾਰੇ? ਭਗਤ ਸਿੰਘ, ਜਦੋਂ ਇਹ ਸਾਰੀ ਸਾਡੇ ਦੇਸ਼ ਦੀ ਆਜ਼ਾਦੀ ਦੀ ਇੱਕ ਮੂਵਮੈਂਟ ਚੱਲ ਰਹੀ ਸੀ, ਉਦੋਂ ਹੀ ਇੱਕ ਗੱਲ ਉਹਨਾਂ ਨੇ ਲਿਖੀ ਸੀ ਕਿ ਫਰਕ ਕੀ ਪੈਣ ਵਾਲਾ ਆ, ਕਿ ਜਿਹੜਾ ਇੰਡੀਆ ਦੀ ਗਵਰਨਮੈਂਟ ਨੂੰ ਚਲਾਏਗਾ ਉਹ ਲਾਰਡ ਰੀਡਿੰਗ ਨਹੀਂ, ਪੁਰਸ਼ੋਤਮ ਦਾਸ ਠਾਕੁਰ ਦਾਸ ਹੋਣ ਵਾਲਾ ਹੈ। ਅਗਰ ਤਾਂ ਕਿ ਅਗਰ ਅਸੀਂ ਅੰਗਰੇਜ਼ੀ ਹਾਕਮਾਂ ਤੋਂ ਇੱਕ ਕਾਲੇ ਹਾਕਮਾਂ 'ਤੇ ਆ ਵੀ ਜਾਵਾਂਗੇ ਤਾਂ ਫਰਕ ਕੀ ਪੈਣ ਵਾਲਾ ਆ। ਜਦੋਂ ਉਹ ਜਿਹੜੀ ਸੱਤਾ ਹੈਗੀ, ਉਹ ਸਰਕਾਰ ਹੈਗੀ ਆ, ਉਹ ਇੱਕ ਕਲਾਸ ਦੇ ਹੀ, ਇੱਕ ਰੂਲਿੰਗ ਕਲਾਸ ਦੇ ਹੀ ਹੱਕ ਪੂਰਨ ਨੂੰ ਬਣਾਈ ਗਈ ਹੈ, ਚੁਣੀ ਗਈ ਹੈ। ਤਾਂ ਉਹ ਕਿੱਦਾਂ ਅਸੀਂ ਸੋਚ ਸਕਦੇ ਹਾਂ ਕਿ ਸਾਨੂੰ ਆਜ਼ਾਦੀ ਮਿਲ ਜਾਊਗੀ ਉਹਦੇ ਥਰੂ, ਜਾਂ ਫਿਰ ਅਸੀਂ ਉਹਨਾਂ ਤੋਂ ਕੋਈ ਤਰ੍ਹਾਂ ਦੀ ਵੀ ਉਮੀਦ ਰੱਖ ਸਕਦੇ ਹਾਂ? ਜਾਣੀ ਕਿ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ, ਪੂਰਾ ਢਾਂਚਾ, ਕਾਨੂੰਨ ਅਤੇ ਸਾਰਾ ਤੰਤਰ ਬਦਲਣ ਦੀ ਲੋੜ ਹੈ ਸਾਨੂੰ ਬੁਨਿਆਦੀ ਤੌਰ 'ਤੇ। ਬਿਲਕੁਲ, ਮਤਲਬ ਅਸੀਂ ਇਸੇ ਲਈ ਕਹਿੰਦੇ ਹਾਂ ਕਿ ਜਿਹੜੀ ਇੱਕ ਖੱਬੇ ਪੱਖੀ ਵਿਚਾਰਧਾਰਾ ਲੈ ਕੇ
ਭਗਤ ਸਿੰਘ ਨਾਲ ਤੁਰਦਾ ਹੈ, ਉਸ ਨੂੰ ਪੜ੍ਹਦਾ ਹੈ ਤੇ ਉਹ ਗੱਲ ਵੀ ਕਰਦਾ ਹੈ ਕਿ ਜਿਹੜੇ ਅਸੀਂ ਇੱਕ ਢਾਂਚੇ ਦੀ ਲਈ ਸੁਪਨੇ ਲਈ ਅਸੀਂ ਲੜ ਰਹੇ ਹਾਂ, ਉਹ ਇਸ ਪ੍ਰੈਜ਼ੈਂਟ ਸੋਸ਼ਲ ਆਰਡਰ ਦੀ ਡਿਸਟਰਕਸ਼ਨ ਕਰਕੇ ਹੀ ਆਏਗਾ ਤੇ ਇੱਕ ਨਵਾਂ ਉਸਾਰਿਆ ਗਿਆ ਸੋਸ਼ਲਿਸਟ ਆਰਡਰ ਹੋਏਗਾ ਜਿਸ ਨੂੰ ਅਸੀਂ ਆਜ਼ਾਦੀ ਕਹਿ ਪਾਵਾਂਗੇ। ਜੀ ਉਹ ਨਹੀਂ ਕਹਿ ਰਿਹਾ ਕਿ ਆਜ਼ਾਦੀ ਇਸ ਤਰੀਕੇ ਨਾਲ ਹੋ ਜਾਏਗੀ ਕਿ ਇੱਥੋਂ ਅੰਗਰੇਜ਼ ਬਾਹਰ ਕੱਢ ਦਿੱਤੇ ਗਏ ਨੇ ਤੇ ਉਹ ਉੱਥੋਂ ਸਾਨੂੰ ਇੱਥੇ ਆ ਕੇ ਰੂਲ ਕਰਨ, ਜਾਂ ਫਿਰ ਇੱਥੋਂ ਦੀ ਕਾਲੀ ਚਮੜੀ ਸਾਨੂੰ ਉਸੇ ਤਰੀਕੇ ਨਾਲ ਰੂਲ ਕਰੇ। ਉਹ ਗੱਲ ਕਰ ਰਿਹਾ ਸੋਸ਼ਲ ਆਰਡਰ ਦੀ ਕਿ ਸੋਸ਼ਲ ਆਰਡਰ ਕਿਵੇਂ। ਤੁਹਾਡਾ ਕਹਿਣਾ ਕਿ ਟ੍ਰਾਂਸਫਰ ਆਫ ਪਾਵਰਸ ਇਜ਼ ਨਾਟ ਇਨਫ। ਹਾਂਜੀ, ਕਿ ਸਿਰਫ ਸੱਤਾ ਤਬਦੀਲੀ ਇੱਕ ਧੜੇ ਤੋਂ ਸੱਤਾ ਦੂਜੇ ਧੜੇ ਦੇ ਹੱਥ ਆ ਗਈ, ਇਹ ਆਜ਼ਾਦੀ ਨਹੀਂ ਹੈ। ਤੇ ਤੁਹਾਡਾ ਫਿਰ ਮਤਲਬ ਕਿ ਸਾਡੇ ਹਲੇ ਆਮ ਲੋਕਾਂ ਲਈ ਆਜ਼ਾਦੀ ਆਉਣੀ ਬਾਕੀ ਹੈ। ਬਿਲਕੁਲ, ਆਜ਼ਾਦੀ ਜਿੱਦਾਂ ਕਿ E.H. ਕਾਰ ਦੀ ਇੱਕ ਕਿਤਾਬ ਵਿੱਚ ਲਿਖਿਆ ਸੀਗਾ ਕਿ ਇੱਕ ਚੈੱਕ ਹੈ, ਚੈੱਕ ਦੇ ਉੱਤੇ ਲਿਖਿਆ ਹੋਇਆ ਹੈ ਇਕੁਐਲਿਟੀ, ਫਰਟਰਨਿਟੀ, ਸੈਕੂਲਰਿਜ਼ਮ ਵੀ ਲਿਖਿਆ ਹੈ ਸਾਡੇ ਚੈੱਕ ਤੇ। ਤਾਂ ਪਰ ਉਹ ਚੈੱਕ ਤੇ ਕਿੰਨੀ ਅਮਾਊਂਟ ਕਿਹਨੂੰ ਦਿੱਤੀ ਜਾਏਗੀ ਇਹ ਤਾਂ ਡਿਸਾਈਡ ਕੀਤੀ ਜਾ ਰਹੀ ਹੈ। ਉਹ ਇਹ ਡਿਸਾਈਡਡ ਨਹੀਂ ਹੈ ਕਿ ਸਭ ਨੂੰ ਉਹਨਾਂ ਸਾਰੇ ਪ੍ਰਿੰਸੀਪਲਸ ਦਾ ਅਧਿਕਾਰ ਹੈਗਾ ਆ ਕਿ ਨਹੀਂ ਹੈਗਾ। ਬੋਲਣੇ ਦੀ, ਕਿੰਨਾ ਬੋਲਣੇ ਦੀ, ਕਿਹਨੂੰ ਆਜ਼ਾਦੀ ਹੈ, ਕਿਹੜੀ ਕਮਿਊਨਿਟੀ ਨੂੰ ਆਜ਼ਾਦੀ ਹੈ, ਇਹ ਇੱਥੋਂ ਦੇ ਹੁਕਮਰਾਨ ਤੈਅ ਕਰਦੇ ਨੇ। ਅੱਜ ਵੀ ਸਾਡੇ ਆਗੂਆਂ ਨੂੰ, ਸਫੂਰਾ ਜ਼ੈਂਗਰ ਹੈ, ਨਤਾਸ਼ਾ ਨਾਰਵਾਲ ਹੈ, ਉਮਰ ਖਾਲਿਦ ਹੈ, ਇਹ ਉਹੀ ਲੋਕ ਨੇ ਜਿਹੜੇ ਬੋਲਦੇ ਸੀ। ਜਾਮੀਆਂ ਦੇ ਸਟੂਡੈਂਟਸ ਨੇ, ਜਿਹੜੇ ਪਿੰਜਰਾ ਤੋੜ ਮੁਹਿੰਮ ਦੇ ਜਿੰਨੇ ਵੀ ਕਾਰਕੁਨ ਸਨ। ਬਿਲਕੁਲ, ਅੱਜ ਇਹ ਕਾਰਕੁਨਾਂ ਨੂੰ ਜੇਲ੍ਹਾਂ ਦੇ ਅੰਦਰ ਰੱਖਿਆ ਗਿਆ ਹੈ ਤਾਂ ਕਿ ਇਹ ਬੋਲ ਨਾ ਸਕਣ, ਇਹਨਾਂ ਦੀ ਆਵਾਜ਼ ਨਾ ਉੱਚੀ ਉੱਠੇ। ਤਾਂ ਇਹ ਉਹੀ ਤਾਂ ਹੁਣ ਉਹਨਾਂ ਦੀ ਬੋਲਣੇ ਦੀ ਆਜ਼ਾਦੀ, ਉਹਨਾਂ ਦੇ ਡਾਇਸੈਂਟ ਕਰਨ ਦੀ ਆਜ਼ਾਦੀ, ਸ਼ਹੀਨ ਬਾਗ ਵਿੱਚ ਆਮ ਔਰਤਾਂ ਜਿਹੜੀਆਂ ਜੁੜ ਕੇ ਇੱਕ ਵਿਦਰੋਹ ਕਰ ਰਹੀਆਂ ਸੀ, ਉਹਨਾਂ ਦੀ ਆਜ਼ਾਦੀ। ਤਾਂ ਇਹ ਕਨਸੈਪਟ ਸਮਝਣਾ ਪਊਗਾ ਕਿ ਜਦੋਂ ਅਸੀਂ ਹਰ ਸਾਲ ਆਜ਼ਾਦੀ ਦਿਵਸ ਵੀ ਮਨਾਉਂਦੇ ਹਾਂ ਤਾਂ ਉਹ ਆਜ਼ਾਦੀ ਕਿਸ ਦੇ ਲਈ ਆਈ ਹੈ? ਉਹ ਇੱਥੋਂ ਦੀ ਮਾਰਕੀਟ ਦੇ ਲਈ ਆਈ ਹੈ ਕਿ ਉਹ ਇੰਨੀ ਕੁ ਆਜ਼ਾਦ ਹੋਵੇ ਕਿ ਉਹ ਕਸ਼ਮੀਰ ਦਾ 370 ਹਟਾ ਕੇ ਵੀ ਉੱਥੇ ਅੰਦਰ ਘੁਸ ਕੇ ਉਹਨਾਂ ਦੇ ਨੌਜਵਾਨਾਂ ਨੂੰ ਮਾਰੇ, ਉਹਨਾਂ ਦੀਆਂ ਔਰਤਾਂ ਨੂੰ ਤੰਗ ਕਰੇ। ਤਾਂ ਇਹ ਵੱਡੇ ਸਵਾਲ ਨੇ ਜਿਹੜੇ ਭਗਤ ਸਿੰਘ ਆਪਣੀ ਜਵਾਨੀ ਵਿੱਚ ਵੀ ਗੱਲ ਕਰ ਰਿਹਾ ਸੀ ਤੇ ਅੱਜ ਅਸੀਂ ਵੀ ਲੋਕ ਉਸੇ ਨੂੰ ਪੜ੍ਹ ਕੇ ਤੇ ਅੱਗੇ ਨੌਜਵਾਨਾਂ ਦੇ ਅੱਗੇ ਤੇ ਲੋਕਾਂ ਦੇ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਕਨੂਪ੍ਰਿਆ, ਤੁਹਾਨੂੰ ਲੱਗਦਾ ਕਿ ਜਿਹੜਾ ਅੱਜ ਦਾ ਨੌਜਵਾਨ ਹੈ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਅਸੀਂ ਉਸ ਸਮੇਂ ਵਾਂਗ ਅਸੀਂ ਵੀ ਆਪਣੀ ਤਰ੍ਹਾਂ ਦੀ ਹਸਤੀ ਦੀ ਜਿਹੜੀ ਆਜ਼ਾਦੀ ਹੈ, ਕਿਸੇ ਬੰਦੇ ਦੀ ਇੰਡੀਵਿਜੂਅਲ ਤੋਂ ਲੈ ਕੇ ਸਮੂਹਾਂ ਤੱਕ ਦੀ ਆਜ਼ਾਦੀ ਹੈ, ਘੱਟ ਗਿਣਤੀਆਂ, ਧਾਰਮਿਕ ਘੱਟ ਗਿਣਤੀਆਂ ਜਾਂ ਰੰਗ ਨਸਲ ਦੇ ਆਧਾਰ 'ਤੇ ਵੱਖ-ਵੱਖ ਲੋਕਾਂ ਦੀ ਆਜ਼ਾਦੀ ਦੀ ਗੱਲ ਹੈ, ਤਾਂ ਕੀ ਮਤਲਬ ਸਾਰੇ ਨੌਜਵਾਨ ਸੁਚੇਤ ਨੇ? ਨੌਜਵਾਨ ਤੋਂ ਮੇਰਾ ਮਤਲਬ ਹੈ ਨੌਜਵਾਨ ਤੇ ਮੁਟਿਆਰਾਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੇ, ਜਿਹੜੇ ਕਾਲਜਾਂ ਵਿੱਚ ਪੜ੍ਹ ਰਹੇ ਨੇ, ਜਾਂ ਵੱਖੋ ਵੱਖਰੇ ਤਰ੍ਹਾਂ ਕਿਸੇ ਤਰ੍ਹਾਂ ਉਹ ਜਥੇਬੰਦ ਨੇ ਜਾਂ ਗੈਰ ਜਥੇਬੰਦ, ਭਾਵੇਂ ਕੁਝ ਵੀ ਹੋਣ, ਤੇ ਤੁਹਾਨੂੰ ਲੱਗਦਾ ਕਿ ਉਹਨਾਂ ਵਿੱਚ ਭਗਤ ਸਿੰਘ ਅੱਜ ਰੈਲੇਵੈਂਟ ਹੈ? ਬਿਲਕੁਲ, ਜੇ ਨੌਜਵਾਨਾਂ ਦੀ ਗੱਲ ਕਰੀਏ, ਉਹ ਨੌਜਵਾਨ ਜਿਹੜੇ ਯੂਨੀਵਰਸਿਟੀਆਂ ਤੱਕ ਪਹੁੰਚੇ ਨੇ, ਕਾਲਜਾਂ ਤੱਕ ਪਹੁੰਚੇ ਨੇ, ਸਕੂਲਾਂ ਵਿੱਚ ਵੀ ਬਲਕਿ ਅੱਜ ਜਿਹੜੇ ਪਹੁੰਚੇ ਹੋਏ ਨੇ, ਉਹ ਇਸ ਸਾਰੇ ਮਾਹੌਲ ਦੇ ਨੂੰ ਬਹੁਤ ਹੀ ਐਨਾਲਾਈਜ਼ ਕਰ ਰਹੇ ਨੇ। ਉਹ ਓਬਜ਼ਰਵ ਕਰ ਰਹੇ ਨੇ ਕੀ ਹੋ ਰਿਹਾ। ਲਗਾਤਾਰ ਜਿਹੜੀਆਂ ਚੇਂਜਿਸ ਆਈਆਂ ਨੇ, ਚਾਹੇ ਉਹ ਡੀਮੋਨੇਟਾਈਜੇਸ਼ਨ ਆਈ ਹੈ, ਚਾਹੇ ਉਹ ਨੋਟਬੰਦੀ ਤੋਂ ਬਾਅਦ 370 ਹਟਾਇਆ ਗਿਆ ਆ, GST ਲੱਗ ਰਿਹਾ ਆ, ਤਾਂ ਪੋਲੀਟਿਕਸ ਤਾਂ ਸਾਡੀ ਸਵੇਰ ਦੀ ਚਾਹ ਤੋਂ ਲੈ ਕੇ ਸਾਡੇ ਤੇ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਰਾਤ ਤੱਕ, ਸਾਡੇ ਸੌਣ ਤੱਕ, ਤੇ ਸ਼ਾਇਦ ਸਾਡੀ ਨੀਂਦਾਂ 'ਚ ਵੀ ਉਹੀ ਸਾਨੂੰ ਤੰਗ ਕਰ ਰਹੀ ਹੈ ਅੱਜ। ਬਿਲਕੁਲ। ਤੇ ਪਰ ਨਾਲ ਹੀ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਨੌਜਵਾਨਾਂ ਦਾ ਕੁਝ ਵਰਗ ਹੈ ਉਹ ਸੋਸ਼ਲ ਮੀਡੀਆ 'ਤੇ ਗਲਤਾਨ ਹੈ, ਜਾਂ ਸੋਸ਼ਲ ਮੀਡੀਆ 'ਤੇ ਮਾੜੀ ਚੰਗੀ ਜਿਹੋ ਜਿਹੀ ਵੀ ਉਹਨੂੰ ਇਨਫੋਰਮੇਸ਼ਨ ਮਿਲ ਰਹੀ ਆ ਉਹ ਉਹਦੇ 'ਚ ਮਸਤ ਹੈ, ਜਾਂ ਉਹ ਸਿੱਧੂ ਮੂਸੇ ਵਾਲੇ ਜਾਂ ਹਥਿਆਰਾਂ ਵਾਲੇ ਗੀਤਾਂ ਦੇ ਮਗਰ ਲੱਗਿਆ ਹੋਇਆ ਹੈ। ਇੱਕ ਖਾਸ ਕਿਸਮ ਦਾ ਕਲਚਰਲ ਜਿਹੜਾ ਉਹਨਾਂ ਨੂੰ ਇੱਕ ਕੰਜ਼ਿਊਮਰ ਪੈਦਾ ਕੀਤੇ ਜਾ ਰਹੇ ਨੇ। ਇਹ ਵੀ ਇੱਕ ਕਾਰਪੋਰੇਟ ਸੰਸਾਰ ਦਾ ਇਹ ਇੱਕ ਟੈਕਟਿਕਸ ਕਹਿ ਸਕਦੇ ਹਾਂ ਕਿ ਜਿਹੜੇ ਕਲਚਰ ਦੇ ਨਾਂ 'ਤੇ ਅਜੀਬ ਤਰ੍ਹਾਂ ਦੇ ਗੀਤ ਆ ਰਹੇ ਨੇ, ਜਾਂ ਫਿਲਮਾਂ ਤੇ ਵੈਬ ਸੀਰੀਜ਼, ਇਹੋ ਜਿਹਾ ਹੋਰ ਬਹੁਤ ਸਾਰਾ ਕੰਟੈਂਟ ਪੈਦਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਸਮਾਂ ਨੌਜਵਾਨਾਂ ਦਾ ਜਾ ਰਿਹਾ। ਕਿ ਇਹ ਵੀ ਸੱਚ ਹੈ ਕਿ ਉਹ ਜ਼ਿਆਦਾ ਉੱਧਰ ਇੰਡਲਜ ਨੇ? ਜਦੋਂ ਆਪਾਂ ਮਾਰਕੀਟ ਨੂੰ ਹੀ ਆਜ਼ਾਦ ਕਰ ਦਿੱਤਾ ਤਾਂ ਮਾਰਕੀਟ ਨੂੰ ਪੂਰੀ ਖੋਲ੍ਹ ਲੈ ਕਿ ਉਹ ਇੱਥੋਂ ਦੇ ਮੀਡੀਆ ਦੇ ਅੰਦਰ ਵੀ ਵੜੇ, ਉਹ ਇੱਥੋਂ ਦੇ ਗੀਤਾਂ ਵਿੱਚ ਵੀ ਵੜੇ, ਸੋਸ਼ਲ ਮੀਡੀਆ ਦੇ ਅੰਦਰ ਵੀ ਆਏ, ਤਾਂ ਉਹ ਪ੍ਰਭਾਵ ਹੀ ਹੈ ਕਿ ਜਿਹੜਾ ਇੱਕ ਸਟੇਟ ਵੀ ਖੁਸ਼ ਹੁੰਦੀ ਹੈ ਲੋਕਾਂ ਦੇ ਵਿੱਚ ਪਾ ਕੇ। ਪਰ ਮੈਨੂੰ ਇਸ ਵਿੱਚ ਉਹ ਖੁਸ਼ੀ ਵੀ ਹੁੰਦੀ ਹੈ ਤੇ ਇੱਕ ਉਮੀਦ ਵੀ ਮਿਲਦੀ ਹੈ ਕਿ ਅੱਜ ਦਾ ਹੀ ਨੌਜਵਾਨ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਕੈਂਪੇਨਸ ਵੀ ਚਲਾਉਂਦਾ ਹੈ,
ਅੱਜ ਦਾ ਹੀ ਨੌਜਵਾਨ ਹੈ ਜਿਹੜਾ ਬਸਤੀਆਂ ਵਿੱਚ ਜਾ ਕੇ ਕੰਮ ਕਰਦਾ ਹੈ, ਅੱਜ ਦਾ ਹੀ ਨੌਜਵਾਨ ਹੈ ਜਿਹੜਾ ਇਹ ਧਰਨਿਆਂ ਦੇ ਵਿੱਚ ਜਾ ਕੇ ਪਹੁੰਚਦਾ ਹੈ, ਲੜਦਾ ਹੈ ਆਪਣੀ ਯੂਨੀਵਰਸਿਟੀ ਵਿੱਚ, ਆਪਣੇ ਕਾਲਜਸ ਦੇ ਵਿੱਚ, ਤੇ ਇਹੋ ਜਿਹੇ ਜਿਹੜੇ ਆਸ-ਪਾਸ ਸੋਸ਼ਲ ਮੂਵਮੈਂਟਸ ਹੁੰਦੇ ਉਹਨਾਂ ਦੇ ਵਿੱਚ ਵੀ ਜਾ ਕੇ ਪਾਰਟਿਸਿਪੇਟ ਕਰਦਾ ਹੈ। ਤਾਂ ਨੌਜਵਾਨ ਮੈਨੂੰ ਅੱਜ ਤਾਂ ਚੁੱਪ ਨਹੀਂ ਲੱਗਦਾ, ਬਲਕਿ ਉਹਦੀ ਇੱਕ ਜਿਹੜੀ ਦਹਾੜ ਹੈ ਉਹ ਕਾਫੀ ਤਿੱਖੀ ਹੋਈ ਲੱਗਦੀ ਹੈ। ਤਾਂ ਉਹੀ ਤਿੱਖੀ ਮਤਲਬ ਦਹਾੜ ਤੋਂ ਸੱਤਾ ਕਾਫੀ ਡਰਦੀ ਹੈ, ਤਾਂ ਹੀ ਸਾਨੂੰ ਪੰਜਾਬ ਦੇ ਨੌਜਵਾਨਾਂ ਦੀਆਂ ਅਰੈਸਟ ਵੀ ਮਿਲਦੀਆਂ ਨੇ। ਸਾਨੂੰ ਦਿੱਲੀ ਵਿੱਚ ਵੀ ਲਗਾਤਾਰ ਆਏ ਦਿਨ ਹੀ ਸੁਣੀ ਜਾਂਦੀ ਹੈ ਖਬਰ ਕਿ ਹੁਣ ਕੌਣ UAPA ਦੇ ਅੰਦਰ ਆ ਗਿਆ, ਹੁਣ ਕਿਹੜਾ ਫਿਲਮ ਮੇਕਰ ਆ ਗਿਆ, ਹੁਣ ਕਿਹੜਾ ਗੀਤਕਾਰ ਆ ਗਿਆ, ਹੈ ਨਾ, ਹੁਣ ਕਿਹੜਾ ਕਵੀ ਆ ਗਿਆ। ਜਦੋਂ ਵਰਵਰਾ ਰਾਓ ਵਰਗੇ ਕਵੀਆਂ ਨੂੰ ਔਰ ਹੁਣੇ ਰੀਸੈਂਟਲੀ ਇੱਕ ਫਿਲਮ ਮੇਕਰ ਨੂੰ UAPA ਦੇ ਹੇਠ ਗ੍ਰਿਫਤਾਰ ਕਰ ਦਿੱਤਾ ਗਿਆ, ਤਾਂ ਸਾਨੂੰ ਪਤਾ ਹੈ ਕਿ ਉਹ ਡਰਦੇ ਨੇ ਕਿ ਕਿਹੋ ਜਿਹਾ ਕੰਟੈਂਟ ਅਸੀਂ ਕ੍ਰੀਏਟ ਕਰ ਰਹੇ ਹਾਂ, ਕਿਉਂਕਿ ਇਸ ਵਿੱਚ ਮਾਰਕੀਟ ਨਹੀਂ ਆ ਰਹੀ ਨਾ, ਇਸ ਵਿੱਚ ਤਾਂ ਲੋਕ ਪੱਖੀ ਰਾਜਨੀਤੀ ਆ ਗਈ। ਜਦੋਂ ਰਾਜਨੀਤੀ ਆ ਗਈ, ਉਹ ਵੀ ਲੋਕ ਪੱਖੀ ਆ ਗਈ, ਤਾਂ ਇੱਕ ਬਹੁਤ ਹੀ ਡਰ ਪੈਦਾ ਖੜਾ ਕਰਦੀ ਹੈ ਉਹ ਸਟੇਟ ਦੇ ਮੂਹਰੇ। ਤੇ ਨੌਜਵਾਨ ਵੀ ਮੈਨੂੰ ਲੱਗਦਾ ਆ, ਜਦੋਂ ਇਸ ਸਾਲ ਦੀ ਗੱਲ ਕਰੀਏ, ਜਦੋਂ ਸਾਲ ਦੇ ਸ਼ੁਰੂਆਤ ਵਿੱਚ ਹੀ JNU ਦੇ ਧਰਨੇ ਇੰਨੇ ਤਿੱਖੇ ਤਰੀਕੇ ਨਾਲ ਚੱਲ ਰਹੇ ਸੀ, ਹੁਣ ਵੀ ਉਹ ਜਦੋਂ ਪ੍ਰੋਟੈਸਟ ਕਰਦੇ ਨੇ ਤਾਂ ਉੱਥੇ CRPF ਪਹਿਲਾਂ ਪਹੁੰਚੀ ਹੁੰਦੀ ਹੈ। ਪੰਜਾਬ ਯੂਨੀਵਰਸਿਟੀ ਦੇ ਧਰਨਿਆਂ ਤੇ ਇੱਦਾਂ ਲਗਾਮ ਰੱਖੀ ਜਾਂਦੀ ਹੈ ਕਿ ਤੁਸੀਂ 370 ਦੀ ਗੱਲ ਨਹੀਂ ਕਰੋਗੇ, ਤੁਸੀਂ ਔਰਤ ਦਿਵਸ ਮਨਾਉਣਾ ਤਾਂ ਇਕੱਲਾ ਔਰਤਾਂ ਦਾ ਦਿਵਸ ਮਨਾ ਲਓ, ਪਰ ਆਜ਼ਾਦੀ ਦੀ ਗੱਲ ਨਾ ਕਰਿਓ। ਤਾਂ ਇਹੋ ਜਿਹੀਆਂ 100 ਰਿਸਟ੍ਰਿਕਸ਼ਨਸ ਜਦੋਂ ਤੁਹਾਡੇ ਤੇ ਲੱਗਣੀਆਂ ਸ਼ੁਰੂ ਹੋ ਜਾਣ, ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਚੇਤਨ ਵਿਦਿਆਰਥੀ ਤੋਂ ਜਾਂ ਚੇਤਨ ਵਿਅਕਤੀ ਤੋਂ ਬਹੁਤ ਡਰਦੇ ਨੇ। ਤਾਂ ਉਹੀ ਚੇਤਨਤਾ ਦਾ ਜਿਹੜਾ ਅੱਜ ਪੈਗਾਮ ਹੈਗਾ ਆ, ਉਹ ਵਿਦਿਆਰਥੀ ਮੈਨੂੰ ਲੱਗਦਾ ਹੈ ਇਸ ਦੇਸ਼ ਵਿੱਚ ਬਹੁਤ ਚੰਗੀ ਤਰ੍ਹਾਂ ਅਲੱਗ-ਅਲੱਗ ਆਰਗੇਨਾਈਜੇਸ਼ਨਸ 'ਚ ਜਾਂ ਫਿਰ ਇੰਡੀਵਿਜੂਅਲਸ ਮਿਲ ਜੁਲ ਕੇ ਇਹਨੂੰ ਵਧਾ ਰਹੇ ਨੇ ਕੰਮ ਨੂੰ। ਜੀ, ਤੁਹਾਡੇ ਤੇ ਇੱਕ ਨਿੱਜੀ ਸਵਾਲ ਹੈ ਕਿ ਤੁਸੀਂ ਪੰਜਾਬ ਦੇ ਬਿਲਕੁਲ ਬਾਰਡਰ ਏਰੀਆ ਵਿੱਚੋਂ, ਸਰਹੱਦੀ ਖੇਤਰ ਵਿੱਚੋਂ, ਹੈ ਨਾ, ਪੱਟੀ ਤੁਹਾਡਾ ਸ਼ਹਿਰ ਹੈ, ਮਾਪਿਆਂ ਦਾ ਸ਼ਹਿਰ, ਤੇ ਤੁਸੀਂ ਚੰਡੀਗੜ੍ਹ ਪੜ੍ਹਨ ਆਏ ਹੋ, ਤੁਸੀਂ ਗ੍ਰੈਜੂਏਸ਼ਨ ਇੱਥੋਂ ਸਾਇੰਸ ਤੇ ਮਾਸਟਰਸ ਵੀ ਕੀਤੀ, ਤੇ ਇਸ ਯੂਨੀਵਰਸਿਟੀ ਵਿੱਚ ਦੀ ਪਹਿਲੀ ਮਤਲਬ ਕਿ ਇੱਕ ਲੜਕੀ ਪ੍ਰੈਜ਼ੀਡੈਂਟ ਬਣਨਾ, ਤੇ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਸੀ, ਜਾਂ ਜਿਵੇਂ ਤੁਹਾਨੂੰ ਮੀਡੀਆ ਨੇ ਉਸ ਵੇਲੇ ਪੇਸ਼ ਕੀਤਾ ਸੀ, ਇਹ ਇੱਕ ਬੜਾ ਕ੍ਰਾਂਤੀਕਾਰੀ ਲੱਭਤ ਸੀ ਕਿ ਇਸ ਯੂਨੀਵਰਸਿਟੀ ਵਿੱਚ, ਜਿੱਥੇ ਨਾਰਥ ਇੰਡੀਆ ਦੇ ਨੌਜਵਾਨ ਲੀਡਰ ਪੈਦਾ ਕਰਦੀ ਹੈ ਇਹ ਯੂਨੀਵਰਸਿਟੀ, ਇੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਵਿਦਿਆਰਥੀ ਜਥੇਬੰਦੀਆਂ, ਉਹਨਾਂ ਦੀਆਂ ਚੋਣਾਂ ਵਿੱਚ ਬਕਾਇਦਾ ਪੋਲੀਟੀਕਲ ਪਾਰਟੀਆਂ ਦੀ, ਸਿਆਸੀ ਪਾਰਟੀਆਂ ਦੀ ਪਿੱਛੇ ਕਿਤੇ ਨਾ ਕਿਤੇ ਹੱਥ ਹੁੰਦਾ ਹੈ। ਤੇ ਤੁਸੀਂ ਜੋ ਸਟੂਡੈਂਟਸ ਫਾਰ ਸੁਸਾਇਟੀ SFS ਲਈ ਕੰਮ ਕਰ ਰਹੀ ਜਥੇਬੰਦੀ ਨਾਲ ਸੰਬੰਧ ਰੱਖਦੇ ਹੋ, ਤੇ ਤੁਸੀਂ ਪ੍ਰਧਾਨ ਬਣੇ ਉਸ ਜਥੇਬੰਦੀ ਦੇ, ਸਹਿਜ ਭਾਵ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਦਿਆਂ, ਤੇ ਮੀਡੀਆ ਨੇ ਜਿਸ ਤਰ੍ਹਾਂ ਇੱਕ ਡਫਲੀ ਵਾਲੀ ਪਤਲੀ ਜਿਹੀ ਕੁੜੀ ਦੀਆਂ ਤਸਵੀਰਾਂ ਲਾਰਜਰ ਦੈਨ ਲਾਈਫ ਕਰਕੇ ਛਾਪੀਆਂ, ਤੇ ਉਹ ਸਾਰਿਆਂ ਨੂੰ ਇਹ ਬੜਾ ਖੂਬਸੂਰਤ ਮੰਜ਼ਰ ਲੱਗਿਆ ਸੀ, ਔਰਤਾਂ ਨੂੰ ਜਾਂ ਨੌਜਵਾਨਾਂ ਨੂੰ ਉਹ ਦ੍ਰਿਸ਼ ਚੰਗਾ ਲੱਗਿਆ ਸੀ। ਤੇ ਉਹ ਇਸ ਖਾਸ ਜਿਹੜੀ ਪ੍ਰਿਵਿਲੇਜਡ ਯੂਨੀਵਰਸਿਟੀ ਹੈ, ਕਿਉਂਕਿ ਨਾਰਥ ਇੰਡੀਆ ਵਿੱਚ ਆਲੇ ਦੁਆਲੇ ਦੀਆਂ ਸਟੇਟਾਂ, ਚੰਡੀਗੜ੍ਹ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਹੋਰ ਸੂਬੇ ਨੇ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਲਕੁਲ ਹਿਮਾਚਲ ਪ੍ਰਦੇਸ਼, ਮਾਫ ਕਰਨਾ, ਹਿਮਾਚਲ ਪ੍ਰਦੇਸ਼, ਤਾਂ ਇੱਥੋਂ ਦੇ ਵਿਦਿਆਰਥੀਆਂ ਦਾ, ਨੌਜਵਾਨਾਂ ਦਾ ਸੁਪਨਾ ਹੁੰਦਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆ ਕੇ ਪੜ੍ਹਨਾ, ਪੰਜਾਬ ਯੂਨੀਵਰਸਿਟੀ ਵਿੱਚ, ਤੇ ਤੁਸੀਂ ਉਹਦੇ ਪਹਿਲੇ ਪ੍ਰਧਾਨ ਬਣੇ ਹੋ। ਤੁਸੀਂ ਇਹ ਬ੍ਰੇਕ ਥਰੂ ਇੱਕ ਲੀਪ ਪਾੜੀ। ਹਾਂਜੀ। ਤੇ ਇੱਕ ਤਾਂ ਉਸ ਵੇਲੇ ਜਦੋਂ ਤੁਸੀਂ ਪ੍ਰਧਾਨ ਬਣੇ, ਜਾਂ ਇਲੈਕਸ਼ਨ ਲੜਨ ਵੇਲੇ ਕਿਵੇਂ ਦਾ ਲੱਗਾ, ਤੇ ਪ੍ਰਧਾਨ ਬਣ ਕੇ ਕਿਵੇਂ ਦਾ, ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਮੋਢਿਆਂ ਤੇ ਕਿਹੋ ਜਿਹੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ? ਮੇਰਾ ਬਚਪਨ ਜ਼ਿਆਦਾਤਰ ਤਾਂ ਉਹ ਬਾਰਡਰ ਏਰੀਆ ਉਸੇ 'ਚ ਹੀ, ਪੱਟੀ ਦੇ ਵਿੱਚ ਹੀ ਗੁਜ਼ਰਿਆ, ਪਰ ਇਹ ਜ਼ਰੂਰ ਦੱਸਣਾ ਇੱਥੇ ਬਣਦਾ ਹੈ ਕਿ ਅਸੀਂ ਫਿਰ ਵੀ ਕੁਛ ਪ੍ਰਿਵਿਲੇਜਡ ਲੋਕ ਹੈਗੇ ਹਾਂ ਜਿਹੜੇ ਉੱਥੇ ਵੀ ਕਨਵੈਂਟ ਸਕੂਲਾਂ 'ਚ ਪੜ੍ਹੇ, ਬਾਰਡਰ ਏਰੀਆ 'ਤੇ ਵੀ, ਤੇ ਉਸ ਤੋਂ ਬਾਅਦ ਵੀ ਕੋਚਿੰਗਾਂ ਲੈਣਾ ਅਫੋਰਡ ਕਰਦੇ ਸੀਗੇ ਤਾਂ ਕਿ ਯੂਨੀਵਰਸਿਟੀ ਦੇ BSc MSc ਆਨਰਸ ਦਾ ਟੈਸਟ ਕਲੀਅਰ ਕਰਕੇ ਫੀਸਾਂ ਭਰ ਕੇ ਇੱਥੇ ਪੜ੍ਹ ਸਕੀਏ। ਤੇ ਇਸ ਦੇ ਬਾਅਦ ਜਿਹੜਾ ਰੋਲ ਰਹਿੰਦਾ ਆ ਯੂਨੀਵਰਸਿਟੀ ਦੇ ਵਿੱਚ ਆਉਣ ਤੋਂ ਬਾਅਦ, ਯੂਨੀਵਰਸਿਟੀ ਦੇ ਉਹਨਾਂ ਸਟੂਡੈਂਟਸ ਦਾ ਜਿਹੜੇ ਲਗਾਤਾਰ ਉੱਥੇ ਕੰਮ ਕਰਕੇ ਇੱਕ ਰਾਜਨੀਤਿਕ ਜਿਹੜਾ ਮਾਹੌਲ ਹੈ ਉਹ ਯੂਨੀਵਰਸਿਟੀ ਦੇ ਵਿੱਚ ਬਣਾਏ ਰੱਖਣ ਦੇ ਵਿੱਚ ਯੋਗਦਾਨ ਪਾ ਰਹੇ ਸੀ। ਤੇ ਸਪੈਸ਼ਲੀ ਜਿਹੜੇ ਸਾਲ ਮੈਂ ਆਈ ਸੀ, 2014 ਦੀ ਅਗਰ ਗੱਲ ਕੀਤੀ ਜਾਵੇ, ਜਿਸ ਸਾਲ ਵਿੱਚ ਪਹਿਲੀ ਔਰਤ ਕੰਟੈਸਟ ਕਰ ਰਹੀ ਸੀਗੀ SFS ਵੱਲੋਂ ਇਲੈਕਸ਼ਨਸ, ਉਹ ਬਹੁਤ ਹੀ ਜ਼ਿਆਦਾ ਸੇਧ ਦੇ ਰਿਹਾ ਸੀਗਾ। ਅਮਨਦੀਪ ਨੇ ਪਹਿਲੀ ਇਲੈਕਸ਼ਨ ਲੜੀ ਸੀ। ਹਾਂਜੀ, SFS ਵੱਲੋਂ ਅਮਨਦੀਪ ਨੇ ਪਹਿਲੀ ਵਾਰ ਇਲੈਕਸ਼ਨ ਕੰਟੈਸਟ ਕੀਤੇ ਸੀ 2014 ਦੇ ਅੰਦਰ। ਤੇ ਉਸ ਸਮੇਂ ਵਿੱਚ ਵੀ ਇਹ ਦੇਖਣ ਵਾਲਾ ਸੀਗਾ ਕਿ ਕਿਸ ਤਰੀਕੇ ਨਾਲ ਉਹ ਜਿਹੜਾ ਇੱਕ ਸੈੱਟ ਨੈਰੇਟਿਵ ਹੈ, ਜਿਸ ਵਿੱਚ ਕਿ ਇਹ ਜਥੇਬੰਦੀ ਤਾਂ ਜਿੱਤ ਨਹੀਂ ਸਕਦੀ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਲਾਣੇ, ਤਾਂ ਚੱਪਲਾਂ ਪਾ ਕੇ ਆਉਂਦੇ ਨੇ, ਜਾਂ ਫਿਰ ਇੱਕ ਕੁੜੀ ਤਾਂ ਇੱਥੇ ਯੂਨੀਵਰਸਿਟੀ 'ਚ ਕਦੀ ਪ੍ਰਧਾਨ ਨਹੀਂ ਬਣ ਸਕਦੀ। ਇਹ ਸਾਰੇ ਨੈਰੇਟਿਵ ਨੂੰ, ਇਹ ਬਹੁਤ ਹੀ ਭਾਰੀ ਨੈਰੇਟਿਵ ਹੈ ਤੇ ਸਦੀਆਂ ਤੋਂ ਚੱਲਦਾ ਹੋਇਆ ਨੈਰੇਟਿਵ ਹੈ, ਇਸ ਨੂੰ ਮਾਰ ਦੇਣ ਲਈ ਕੀ ਜ਼ਰੂਰੀ ਸੀ?
ਉਹ ਮਾਹੌਲ ਬਣਾਉਣਾ ਪਹਿਲਾਂ ਜ਼ਰੂਰੀ ਸੀ, ਜਿਹੜਾ ਕਿ ਐਸਐਫਐਸ ਦੇ ਵਿਦਿਆਰਥੀ ਲਗਾਤਾਰ ਉੱਥੇ ਕੰਮ ਕਰਕੇ ਉੱਥੋਂ ਦੀ ਸਟੂਡੈਂਟ ਮੂਵਮੈਂਟ ਨੂੰ ਬਿਲਡ ਕਰਦੇ ਬਣਾ ਰਹੇ ਸੀ। ਤੇ ਜਿੱਤਣ ਤੋਂ ਬਾਅਦ, ਇਲੈਕਸ਼ਨ ਤੋਂ ਬਾਅਦ ਜਿਹੜਾ ਇੱਕ ਮਾਹੌਲ ਬਣਿਆ, ਕਿਉਂਕਿ ਜਿੱਤਣ ਤੋਂ ਪਹਿਲਾਂ ਤੱਕ ਤੇ ਇਹੀ ਸੀਗਾ, MSc ਦੀ ਕੁੜੀ PhD ਵੀ ਨਹੀਂ ਕਰ ਰਹੀ ਹੈ ਤਾਂ, ਹੈ ਨਾ, ਇੰਨੇ ਕੁ ਜਿਹੇ ਵਾਲ ਨੇ, ਛੋਟੀ ਜੀ, ਹੈ ਨਾ, ਪਤਲੀ ਜੀ, ਉਹ ਸਾਰਾ ਨੈਰੇਟਿਵ ਨੂੰ ਤੋੜਨ ਲਈ। ਔਰ ਇਹ ਸਭ ਤੋਂ ਵੱਡੀ ਚੀਜ਼ ਕਿ ਕੁੜੀ ਬਣ ਕੇ ਇੰਨਾ ਬਰਡਨ ਸਾਂਭ ਕਿਵੇਂ ਲਊਗੀ ਪ੍ਰੈਜ਼ੀਡੈਂਟਸ਼ਿਪ ਦਾ, ਉਸ ਨੂੰ ਤੋੜਨ ਲਈ ਸਾਨੂੰ ਇੱਕ ਕਲੈਕਟਿਵ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜੀ ਜੀ, ਕਿਉਂਕਿ ਸਾਡੇ ਕੁਝ ਰਿਸਪੌਂਸਿਬਿਲਿਟੀਜ਼ ਨੇ, ਸਾਡੇ ਹਰ ਇੱਕ ਦੀ ਬਕਾਇਦਾ ਰਿਸਪੌਂਸਿਬਿਲਿਟੀ ਹੈ ਇੱਕ ਸੁਸਾਇਟੀ ਨੂੰ ਲੈ ਕੇ ਆਪਣੀ ਨੂੰ, ਔਰ ਉਸ ਸੁਸਾਇਟੀ ਦੀਆਂ ਰਿਸਪੌਂਸਿਬਿਲਿਟੀਜ਼ ਨੂੰ ਹੀ ਪੂਰਾ ਕਰਨ ਲਈ ਉੱਥੇ ਇੱਕ ਜਥੇਬੰਦੀ ਲਗਾਤਾਰ ਕੰਮ ਕਰ ਰਹੀ ਸੀ, ਜਿਸ ਦਾ ਮੈਂ ਵੀ ਹਿੱਸਾ ਬਣੀ। ਔਰ ਇਲੈਕਸ਼ਨਸ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ, ਉਸ ਤੋਂ ਬਾਅਦ ਇੱਕ ਜਿਹੜੀ ਖੁਸ਼ੀ ਸੀ ਇਸ ਜਿੱਤ ਦੀ, ਉਹ ਬਹੁਤ ਦੂਰ ਤੱਕ ਗਈ। ਉਹ ਖੱਬੇ ਪੱਖੀ ਜਥੇਬੰਦੀਆਂ ਵੱਲ ਗਈ, ਉਹ ਹੋਰ ਜਮਹੂਰੀ ਹੱਕਾਂ ਲਈ ਲੜਦੇ ਲੋਕਾਂ ਵੱਲ ਗਈ, ਜਿਹੜੇ ਆਮ ਲੋਕਾਂ ਦੀ ਗੱਲ ਕਰਨ ਵਾਲੀਆਂ ਜਥੇਬੰਦੀਆਂ। ਉਹ ਡਿਸਾਈਡ ਨਹੀਂ ਹੋਇਆ, ਉਹ ਬਸ ਇੱਕ ਲੜਦੇ ਲੋਕਾਂ ਵੱਲ ਗਈ। ਉਹਨਾਂ ਨੂੰ ਏਦਾਂ ਮਹਿਸੂਸ ਹੋਇਆ ਜਿਵੇਂ ਉਹਨਾਂ ਦੀ ਜਿੱਤ ਹੈ, ਉਹਨਾਂ ਦੀ ਜਿੱਤ ਹੈ। ਇਹ ਬਹੁਤ ਸਾਰੀਆਂ ਕੁੜੀਆਂ ਨੂੰ ਫੀਲ ਹੋਇਆ ਕਿ ਉਹ ਪ੍ਰੈਜ਼ੀਡੈਂਟ ਬਣੀਆਂ ਨੇ। ਇਹ ਮੈਂ ਪਰਹੇਜ਼ ਨਹੀਂ ਰੱਖੂੰਗੀ ਇਹ ਗੱਲ ਕਹਿਣ ਨੂੰ, ਕਿਉਂਕਿ ਮੇਰੇ ਕੋਲ ਬਹੁਤ ਲੋਕ ਆਏ ਔਰ ਬਹੁਤ ਲੋਕ ਏਦਾਂ ਖੁਸ਼ ਹੋ ਰਹੇ ਸੀ ਕਿ ਸਾਨੂੰ ਅੱਜ ਲੱਗ ਰਿਹਾ ਹੈ ਕਿ ਅਸੀਂ ਜਿੱਤੇ ਹਾਂ। ਤਾਂ ਇਹ ਖੁਸ਼ੀ ਜਿਹੜੀ ਹੈ, ਇੱਕ ਜਿਹੜੀ ਸਾਂਝੀ ਖੁਸ਼ੀ ਹੈ ਸਾਡੀ, ਇਹ ਸਾਡੇ ਸਾਂਝੇ ਸੰਘਰਸ਼ਾਂ ਦਾ ਰਸਤਾ ਸੀ ਜਿਹੜਾ ਸਾਨੂੰ ਇੱਥੋਂ ਤੱਕ ਪਹੁੰਚਾ ਰਿਹਾ ਸੀਗਾ। ਔਰ ਮੇਰੇ ਲਈ ਤਾਂ ਡੈਫੀਨੇਟਲੀ ਇਹ ਸਭ ਤੋਂ ਖੂਬਸੂਰਤ ਪਲ ਹੋਣ ਵਾਲੇ ਨੇ, ਕਿਉਂਕਿ ਅਸੀਂ ਐਜ਼ ਇੰਡੀਵਿਜੂਅਲ ਆਪਣੀਆਂ ਜ਼ਿੰਦਗੀਆਂ ਵਿੱਚ ਬਥੇਰੀਆਂ ਖੁਸ਼ੀਆਂ ਲੱਭਦੇ ਹਾਂ, ਸਾਡੇ ਆਸ-ਪਾਸ ਹੁੰਦੀਆਂ ਵੀ ਨੇ, ਕੁਝ ਛੋਟੀਆਂ, ਕੁਝ ਬਹੁਤ ਵੱਡੀਆਂ, ਪਰ ਜਿਹੜੀ ਸਾਡੀ ਕਲੈਕਟਿਵ ਤੋਂ ਖੁਸ਼ੀ ਆਉਂਦੀ ਆ, ਸਾਨੂੰ ਸਾਂਝਿਆਂ ਸੰਘਰਸ਼ਾਂ ਤੋਂ ਮਿਲੀ ਜਿਹੜੀ ਖੁਸ਼ੀ ਹੁੰਦੀ ਹੈ, ਇਸ ਦੀ ਪ੍ਰਾਪਤੀ ਇੱਕ ਤਾਂ ਬਹੁਤ ਹੀ ਲੰਬੀ ਹੁੰਦੀ ਹੈ, ਬਹੁਤ ਦੂਰ ਹੁੰਦੀ ਹੈ, ਪਰ ਉਨੀ ਹੀ ਮਿੱਠੀ, ਉਨੀ ਹੀ ਸੋਹਣੀ ਤੇ ਉਨੀ ਹੀ ਯਾਦਗਾਰ ਹੁੰਦੀ ਹੈ। ਬਿਲਕੁਲ। ਤੇ ਉਹ ਖੁਸ਼ੀ ਰਹੀ ਜ਼ਰੂਰ ਉਸ ਸਮੇਂ ਵੀ ਤੇ ਅੱਜ ਵੀ ਹੈ। ਔਰ ਜ਼ਿੰਮੇਵਾਰੀ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਬਣ ਕੇ ਹੁਣ ਤੁਸੀਂ, ਕਿਉਂਕਿ ਸਾਬਕਾ ਪ੍ਰੈਜ਼ੀਡੈਂਟ ਹੋ, ਤੇ ਤੁਹਾਨੂੰ ਕਿਹੋ ਜਿਹੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ? ਸਾਰਿਆਂ ਨੂੰ ਆਸਾਂ ਹੁੰਦੀਆਂ ਨੇ, ਕਿਉਂਕਿ ਤੁਸੀਂ ਅਮਨਦੀਪ ਕੌਰ ਨੂੰ ਦੇਖ ਕੇ ਤੁਹਾਨੂੰ ਲੱਗਾ ਕਿ ਤੁਹਾਡੀ ਰਹਿਨੁਮਾਈ ਹੋ ਰਹੀ ਹੈ, ਤੁਹਾਨੂੰ ਰਸਤਾ ਮਿਲ ਰਿਹਾ ਹੈ, ਤੇ ਸੁਭਾਵਿਕ ਹੈ ਕਿ ਤੁਹਾਨੂੰ ਦੇਖ ਕੇ ਹੋਰਾਂ ਨੂੰ ਰਸਤਾ ਮਿਲ ਰਿਹਾ ਹੋਏਗਾ, ਤੇ ਇਹ ਇੱਕ ਜ਼ਿੰਮੇਵਾਰੀ ਵਾਲੀ ਗੱਲ ਬਣ ਜਾਂਦੀ ਹੈ, ਇੱਕ ਸਿਲਸਿਲਾ ਜ਼ਿੰਮੇਵਾਰੀ ਭਰਿਆ ਬਣ ਜਾਂਦਾ ਹੈ। ਉਹਦੇ ਵਿੱਚ ਉਸ ਬਾਰੇ ਪੁੱਛ ਰਹੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਉਹ ਜ਼ਿੰਮੇਵਾਰੀ ਚੁੱਕ ਰਹੇ ਹੋ, ਜਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ? ਜਦੋਂ ਮੈਨੂੰ ਉਹ ਕੁੜੀਆਂ ਮਿਲੀਆਂ ਮੋਗੇ ਤੋਂ ਆ ਕੇ ਜਾਂ ਫਿਰ ਕਿਸੇ ਪਿੰਡ ਤੋਂ ਆ ਕੇ, ਜਿਹੜੀਆਂ ਕਹਿ ਰਹੀਆਂ ਸੀਗੀਆਂ ਕਿ ਸਾਡੇ ਰਾਤ ਨੂੰ ਮੰਜਿਆਂ 'ਤੇ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਕਿੱਦਾਂ ਅਸੀਂ ਪੰਜਾਬ ਯੂਨੀਵਰਸਿਟੀ ਪੜ੍ਹਨ ਜਾਈਏ, ਉੱਥੇ ਕੋਰਸ ਜੁਆਇਨ ਕਰੀਏ, ਤੇ ਅਸੀਂ ਵੀ ਉੱਥੋਂ ਦੇ ਪ੍ਰਧਾਨਗੀ ਦੇ ਇਲੈਕਸ਼ਨ ਲੜੀਏ, ਜਾਂ ਅਸੀਂ ਵੀ ਇਹੋ ਜਿਹੇ ਜਥੇਬੰਦੀਆਂ 'ਚ ਜਾਈਏ, ਜਾਂ ਕਿੱਦਾਂ ਉਹਨਾਂ ਦੇ ਕੁਝ ਕੁੜੀਆਂ ਦੇ ਤਾਂ ਪੇਰੈਂਟਸ ਵੀ ਕਹਿ ਰਹੇ ਸੀ ਕਿ ਹਾਂ ਤੁਸੀਂ PSUs ਜੁਆਇਨ ਕਰੋ, ਹੈ ਨਾ, ਮਤਲਬ ਸਟੂਡੈਂਟ ਯੂਨੀਅਨ ਜੁਆਇਨ ਕਰੋ, ਤੁਸੀਂ ਜਥੇਬੰਦੀਆਂ 'ਚ ਜੁਆਇਨ ਕਰੋ, ਲੜੋ ਆਪਣੇ ਹੱਕਾਂ ਲਈ। ਤਾਂ ਇੱਕ ਜਿਹੜੀ ਉਸ ਜਿੱਤ ਤੋਂ ਜਿਹੜੀ ਮੈਨੂੰ ਇਹ ਰਿਸਪੌਂਸਿਬਿਲਿਟੀ ਲੱਗਦੀ ਹੈ ਕਿ ਅਗਰ ਸਾਡੇ ਲਈ ਉਹ ਰਾਹ ਖੁੱਲਿਆ ਹੈ, ਅਗਰ ਇੱਕ ਪ੍ਰਧਾਨ ਬਣਾਉਣ ਲਈ ਸਾਡੇ ਕੋਲ ਉਹ ਰਾਹ ਬਣਿਆ ਹੈ, ਤਾਂ ਅਸੀਂ ਉਸ ਰਸਤੇ ਨੂੰ ਬਹੁਤ ਚੌੜਾ ਕਰਨਾ ਹੈ, ਬਹੁਤ ਮੋਕਲਾ ਕਰਨਾ, ਬਹੁਤ ਹੋਰ ਔਰਤਾਂ ਲਈ ਵੀ, ਹੋਰ ਲੋਕਾਂ ਲਈ ਵੀ ਜਿਹੜੇ ਅਕਸਰ ਪਿੱਛੇ ਰੱਖੇ ਜਾਂਦੇ ਨੇ, ਕੋਸ਼ਿਸ਼ ਕਰਕੇ ਪਿੱਛੇ ਰੱਖੇ ਜਾਂਦੇ ਨੇ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਪਿੱਛੇ ਰਹਿਣ ਦਾ, ਉਹਨਾਂ ਦੇ ਕੋਈ ਘੱਟ ਨੰਬਰ ਨਹੀਂ ਆਉਂਦੇ। ਬਿਲਕੁਲ, ਹੈ ਨਾ, ਜਿਹੜਾ ਇੱਕ ਮੈਰਿਟ ਦਾ ਵੀ ਕੰਸੈਪਟ ਜਿਹਾ ਰੱਖਿਆ ਹੋਇਆ ਹੈ ਕਿ ਮੈਰਿਟ 'ਚ ਕੌਣ ਅੱਗੇ ਹੈ ਨਾ, ਜਿਹੜੀ ਜਦੋਂ ਕੌਨਸ਼ੀਅਸਨੈਸ ਦੀ ਗੱਲ ਆਉਂਦੀ ਹੈ ਤਾਂ ਜਿਹੜਾ ਮਿਹਨਤ ਕਸ਼ ਹੈ ਉਸ ਤੋਂ ਵੱਧ ਕੌਨਸ਼ੀਅਸ ਕੋਈ ਨਹੀਂ ਹੈਗਾ, ਤੇ ਉਸਨੂੰ ਪਤਾ ਹੈ ਕਿ ਉਹ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਕਿਸ ਤਰੀਕੇ ਨਾਲ ਉਹਦੇ ਹੱਕ ਕਿੱਥੋਂ ਛਿਨੇ ਜਾ ਰਹੇ ਨੇ। ਤਾਂ ਉਹ ਕੌਨਸ਼ੀਅਸਨੈਸ ਨੂੰ ਬਿਲਡ ਕਰਦਿਆਂ ਹੀ ਉਹਨਾਂ ਨੂੰ ਵੀ ਇਸ ਰਸਤੇ 'ਤੇ ਲੈ ਕੇ ਆਉਣ ਦੀ ਜ਼ਰੂਰਤ ਹੈ, ਇਸ ਪਲੈਟਫਾਰਮ 'ਤੇ ਲੈ ਕੇ ਆਉਣ ਦੀ ਜ਼ਰੂਰਤ ਹੈ, ਜਿੱਦਾਂ ਕਨੂਪ੍ਰਿਆ ਦੀ ਅਗਰ ਆਵਾਜ਼ ਇੰਨੀ ਜ਼ਿਆਦਾ ਲਾਰਜਰ ਦੈਨ ਲਾਈਫ, ਜਿੱਦਾਂ ਤੁਸੀਂ ਕਹਿ ਰਹੇ ਹੋ, ਅਗਰ ਜਾ ਪਾਈ, ਉੱਦਾਂ ਹੀ ਉਹਨਾਂ ਦੀ ਵੀ ਜਾ ਪਾਏ। ਅਸੀਂ ਆਮ ਲੋਕਾਂ ਦੀ ਆਵਾਜ਼ ਨੂੰ ਵੀ ਓਨਾ ਹੀ ਪਾਵਰਫੁਲ ਸਮਝ ਪਾਈਏ, ਓਨਾ ਹੀ ਇੰਪੋਰਟੈਂਟ ਸਮਝ ਪਾਈਏ, ਅਸੀਂ ਉਸ ਹੀਰੋਇਜ਼ਮ ਦੇ ਕੰਸੈਪਟ 'ਚੋਂ, ਇੱਕ ਆਈਕਨਾਈਜੇਸ਼ਨ 'ਚੋਂ ਵੀ ਓਨਾ ਹੀ ਨਿਕਲ ਪਾਈਏ, ਤੇ ਆਪਣੀਆਂ ਜਿਹੜੀਆਂ ਰਾਈਟਸ ਨੇ ਉਹਨਾਂ ਨੂੰ ਸਮਝ ਪਾਈਏ। ਤਾਂ ਮੈਨੂੰ ਉਹ ਲੱਗਦਾ ਜ਼ਰੂਰ ਕਿ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਤੋਂ ਆਪਣਾ ਕੋਰਸ ਖਤਮ ਕਰਦੀ ਹਾਂ ਤਾਂ, ਔਰ ਪ੍ਰੈਜ਼ੀਡੈਂਟਸ਼ਿਪ ਵੀ ਖਤਮ ਕਰਦੀ ਹਾਂ, ਤਾਂ ਮੇਰੇ ਲਈ ਇੱਕ ਵੱਡੀ ਰਿਸਪੌਂਸਿਬਿਲਿਟੀ ਹੈ ਕਿ ਉੱਥੋਂ ਦੇ ਬਾਅਦ ਵੀ ਜਿਹੜੀਆਂ ਕੁੜੀਆਂ ਹੈਗੀਆਂ ਨੇ ਉਹ ਉਹਦੇ ਵਿੱਚ ਪਾਰਟੀਸਿਪੇਟ ਕਰਨ। ਇਹ ਕਿਸੇ ਲਈ ਜਿਵੇਂ ਇੱਕ ਅਕਸਰ ਪ੍ਰਸ਼ਨ ਕੀਤਾ ਜਾਂਦਾ ਨਾ ਕਿ ਕਿਤੇ ਪੋਲੀਟਿਕਸ ਬਹੁਤ ਹਾਰਸ਼ ਤਾਂ ਨਹੀਂ ਹੈ ਤੁਹਾਡੇ ਲਈ,
ਤਾਂ ਮੈਂ ਉਹਨਾਂ ਨੂੰ ਇਹ ਕਹਿੰਦੀ ਨਹੀਂ ਕਿ ਮੈਂ ਇੰਨੀ ਫਰਜਾਈਲ ਨਹੀਂ ਹੈਗੀ ਤੇ ਨਾ ਹੀ ਹੋਰ ਔਰਤਾਂ ਹੈਗੀਆਂ ਨੇ। ਮੈਂ ਇੰਨੀ ਕਮਜ਼ੋਰ ਨਹੀਂ ਹਾਂ। ਹਾਂਜੀ, ਤੁਹਾਡੀ ਰਾਜਨੀਤੀ ਨੂੰ ਜੇ ਤੁਸੀਂ ਦੱਸਦੇ ਹੋ ਸਾਡੇ ਸਾਹਮਣੇ ਖੁਰਦਰਾ ਤੇ ਮੁਸ਼ਕਿਲ, ਅਸੀਂ ਕੋਈ ਘੱਟ ਮੁਸ਼ਕਿਲ ਨਹੀਂ ਹੈਗੇ, ਅਸੀਂ ਵੀ ਉਹਨੂੰ ਟੱਕਰਾ ਦੇਣ ਨੂੰ ਬਰਾਬਰ ਤਿਆਰ ਹਾਂ। ਤੇ ਉਹੀ ਜਿਹੜੀ ਮਜ਼ਬੂਤੀ ਹੈਗੀ ਆ ਉਹ ਸਾਡੀਆਂ ਆਸ-ਪਾਸ ਦੇ ਜਿਹੜੇ ਸਟੂਡੈਂਟਸ ਨੇ, ਹੋਰ ਲੋਕ ਨੇ, ਉਹਨਾਂ ਵਿੱਚ ਜਾਵੇ ਤੇ ਉਹਨਾਂ ਨਾਲ ਗੱਲਬਾਤ ਤੋਂ ਜਾਵੇ, ਉਹਨਾਂ ਨਾਲ ਕੰਮ ਕਰਕੇ ਜਾਵੇ, ਇਹਨਾਂ ਹੀ ਮੂਵਮੈਂਟਸ ਤੋਂ ਜਾਵੇ ਜਿਹੜੀਆਂ ਅੱਜ ਕਿਸਾਨਾਂ ਦੇ ਨਾਲ ਚੱਲ ਰਹੀਆਂ ਨੇ, ਜਿਹੜੀਆਂ ਅੱਜ ਕਿਸਾਨ ਉਠਾਈ ਬੈਠੇ ਨੇ ਪੰਜਾਬ ਤੇ ਹਰਿਆਣਾ ਦੇ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਉਸ ਰਸਤੇ ਨੂੰ ਚੌੜਾ ਕਰਨ ਵਿੱਚ ਜਿੰਨਾ ਯੋਗਦਾਨ ਹੈਗਾ ਆ ਉਹ ਮੈਂ ਵੀ ਪਾਵਾਂ ਤੇ ਮੇਰੇ ਸਾਥੀ ਵੀ ਪਾਉਣ ਆਪਣੇ ਕਾਮਰੇਡਸ਼ਿਪ ਤੋਂ। ਜੀ ਜੀ, ਜਾਂਦੇ ਜਾਂਦੇ ਇਹ ਆਖਰੀ ਸਵਾਲ ਕਨੂਪ੍ਰਿਆ ਕਿ ਪ੍ਰਧਾਨ ਬਣਨ ਤੋਂ ਬਾਅਦ ਜਾਂ ਉਹ ਤੁਹਾਡੀ ਪੜ੍ਹਾਈ ਉੱਥੋਂ ਉਹ ਕੋਰਸ ਤੁਹਾਡਾ ਖਤਮ ਹੋਣ ਤੋਂ ਬਾਅਦ ਤੁਹਾਨੂੰ ਪੰਜਾਬ 'ਚ ਜਾਂ ਹੋਰ ਥਾਵਾਂ 'ਤੇ ਨਾਰਥ ਇੰਡੀਆ ਵਿੱਚ ਹੀ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸੰਘਰਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਸਾਰੀਆਂ ਥਾਵਾਂ 'ਤੇ ਤੁਹਾਨੂੰ ਕੀ ਲੱਗਾ ਕਿ ਭਗਤ ਸਿੰਘ ਕਿੰਨਾ ਕੁ ਮੌਜੂਦ ਹੈ ਨੌਜਵਾਨਾਂ ਵਿੱਚ? ਸਭ ਤੋਂ ਪਹਿਲਾਂ ਹੀ ਜਿਹੜਾ ਪ੍ਰੈਜ਼ੀਡੈਂਟਸ਼ਿਪ ਤੋਂ ਇਮੀਡੀਏਟ ਬਾਅਦ ਇੱਕ ਧਰਨਾ ਸੀਗਾ ਉਹ ਸੀਗਾ ਮੁਹਾਲੀ ਵਿੱਚ, ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਸੀਗੀਆਂ ਭੀਮਾ ਕੋਰੇਗਾਂਵ ਦੇ ਅਰੈਸਟ ਹੋਏ ਐਕਟਿਵਿਸਟ ਦੇ ਖਿਲਾਫ। ਤਾਂ ਤੁਸੀਂ ਦੇਖੋਗੇ ਕਿ ਉੱਥੇ ਇੰਨੇ ਝੰਡੇ ਆਏ ਹੋਏ ਨੇ, ਲੋਕ ਪਿੰਡਾਂ ਤੋਂ ਨਿਕਲ ਕੇ ਮੁਹਾਲੀ ਸ਼ਹਿਰਾਂ ਦੇ ਵਿੱਚ ਆਉਂਦੇ ਨੇ, ਸੜਕਾਂ ਦੇ ਉੱਤੇ ਆਉਂਦੇ ਨੇ। ਤੇ ਉਸ ਤੋਂ ਇਲਾਵਾ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਦਰ, ਕੁੜੀਆਂ ਪ੍ਰੋਟੈਸਟ ਕਰ ਰਹੀਆਂ ਨੇ 24 ਘੰਟੇ ਦੀ ਟਾਈਮਿੰਗ ਨੂੰ ਲੈ ਕੇ। ਪੰਜਾਬ ਯੂਨੀਵਰਸਿਟੀ ਵਿੱਚ ਤਾਂ ਚਲੋ ਹੋਇਆ ਤੇ ਅਸੀਂ ਉਹਨੂੰ ਪੂਰਾ ਵੀ ਕੀਤਾ, ਉਹ 24/7 ਹੋਸਟਲ ਸਾਨੂੰ ਹੁਣ ਮਿਲ ਵੀ ਪਾਇਆ ਸਾਰੀਆਂ ਕੁੜੀਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਦਰ। ਪਰ ਜਦੋਂ ਉਹੀ ਲੜਾਈਆਂ ਆਸ-ਪਾਸ ਦੇ ਹੁਸ਼ਿਆਰਪੁਰ ਕੈਂਪਸ ਜਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋ ਰਹੀ ਸੀ, ਜਾਂ ਫਿਰ ਅਧਿਆਪਕਾਂ ਦੇ ਪ੍ਰੋਟੈਸਟ ਜਿਹੜੇ ਪਟਿਆਲਾ ਦੇ ਅੰਦਰ ਹੋ ਰਹੇ ਸੀ, ਮਤਲਬ ਇਹ ਸਭ ਇੱਕ ਬਹੁਤ ਹੀ ਲੜੀ ਜੋੜ ਸੀ। ਇਹ ਸਾਡੀ ਇੱਕ ਜਿਹੜੀ ਸਮਾਜਿਕ ਲੜੀ ਹੈਗੀ ਆ ਯੂਨੀਵਰਸਿਟੀ ਤੋਂ ਬਾਹਰ ਦੇ ਸਮਾਜ ਨਾਲ, ਉਹ ਇੱਕ ਲੜੀ ਬਣ ਰਹੀ ਸੀ ਔਰ ਇਹ ਬਣਨੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਯੂਨੀਵਰਸਿਟੀ ਆਪ ਵਿੱਚ ਕੁਝ ਅਲੱਗ ਹੀ ਦੇਸ਼ ਨਹੀਂ ਹੈਗਾ, ਉਹਦਾ ਸਮਾਜ ਦੇ ਨਾਲ ਇੱਕ ਵੱਡਾ ਰਿਸ਼ਤਾ ਹੈਗਾ ਜਿਹੜਾ ਇੰਨਾ ਹੀ ਸੋਲੀਡੈਰਿਟੀਜ਼ ਤੋਂ ਬਿਲਡ ਹੁੰਦਾ ਆ। ਤੇ ਮੈਨੂੰ ਲੱਗਦਾ ਜਿਹੜਾ ਅੱਜ ਦਾ ਸਮਾਂ ਹੈ, ਮਤਲਬ ਜਿਸ ਵਿੱਚ ਇੰਨਾ ਹੀ ਨਿਊ ਐਜੂਕੇਸ਼ਨ ਪਾਲਿਸੀ ਵਰਗੀਆਂ ਚੀਜ਼ਾਂ ਨੂੰ ਲਿਆ ਕੇ ਸਟੂਡੈਂਟ ਯੂਨੀਅਨ ਨੂੰ ਹੀ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ, ਸੈਨੇਟ ਜਿਹੜੀ ਬਚੀ ਖੁਸ਼ੀ ਹੈਗੀ ਹੈ, ਪੋਲੀਟਿਕਸ ਨੌਜਵਾਨਾਂ ਦੇ ਸਿਲੇਬਸ ਚੋਂ ਖਾਰਜ ਕੀਤੀ ਜਾ ਰਹੀ ਹੈ, ਜਾਂ ਜਿਹੜੀ ਵੱਖ-ਵੱਖ ਸਿਸਟਮ ਨੇ ਸਾਡੇ ਪੋਲੀਟਿਕਸ ਦੇ, ਪਾਰਲੀਮੈਂਟਰੀ ਸਿਸਟਮ ਹੈ ਜਾਂ ਕਿਸ ਤਰ੍ਹਾਂ ਦੇ ਸਿਸਟਮ ਨੇ ਰਾਜ ਕਰਨ ਦੇ, ਸ਼ਾਸਨ ਕਰਨ ਦੇ, ਗਵਰਨੈਂਸ ਦੇ, ਉਹਨਾਂ ਬਾਰੇ ਸਾਰੀ ਪੜ੍ਹਾਈ ਵਿਦਿਆਰਥੀਆਂ ਦੇ ਸਿਲੇਬਸ ਚੋਂ ਖਾਰਜ ਕੀਤੀ ਜਾ ਰਹੀ ਹੈ। ਉਹ ਆਪਣੇ ਆਪ 'ਚ ਖਤਰਨਾਕ ਗੱਲ ਹੈ। ਬਿਲਕੁਲ, ਉਹ ਤਾਂ ਜਿਹੜਾ ਸਾਡਾ ਡਿਸਿਪਲਿਨਾਈਜੇਸ਼ਨ ਹੀ ਹੋਗਾ। ਇੰਸਟੀਟਿਊਟਸ ਬਣਾਤੇ, ਸਾਇੰਸ ਵਾਲੇ ਇੱਧਰ ਧਿਆਨ ਦੇਣਗੇ, ਇੱਧਰ ਲਾ ਦਿੱਤੇ ਘੋੜੇ ਦੇ ਇੱਥੇ ਤੁਸੀਂ ਖੋਪੇ ਲਾਤੇ, ਤੁਸੀਂ ਇੱਧਰ ਨੂੰ ਦੇਖੋਗੇ, ਜਾਂ ਫਿਰ ਇੰਜੀਨੀਅਰਿੰਗ ਵਾਲੇ ਇੱਦਾਂ ਦੇਖਣਗੇ। ਨਵੀਂ ਐਜੂਕੇਸ਼ਨ ਪਾਲਿਸੀ ਵੀ ਇਹੀ ਦੱਸਣ ਦੀ ਹੈ, ਤੁਸੀਂ 2 ਸਾਲ ਦੀ ਡਿਗਰੀ ਕਰਕੇ ਫਿਰ ਸਰਟੀਫਿਕੇਟ ਲੈ ਕੇ ਫਿਰ ਨੌਕਰੀ ਲੈ ਲਓ ਜਾਂ ਇੱਦਾਂ ਲੈ ਲਓ। ਬੇਸਿਕਲੀ ਤੁਸੀਂ ਬਸ ਪੁਰਜੇ ਤਿਆਰ ਕੀਤੇ ਜਾ ਰਹੇ ਹੋ, ਉਹ ਪੁਰਜਾ ਕੋਈ ਛੋਟਾ ਹੋ ਜਾਊਗਾ, ਕੋਈ ਵੱਡਾ ਹੋ ਜਾਊਗਾ, ਕੋਈ ਕਿਤੇ ਫਿੱਟ ਹੋ ਜਾਊ, ਕੋਈ ਕਿਤੇ ਫਿੱਟ ਹੋ ਜਾਊ, ਪਰ ਉਹ ਇਹਨਾਂ ਦੀ ਹੀ ਮਸ਼ੀਨ 'ਚ ਫਿੱਟ ਹੋਊਗਾ। ਉਹ ਸਾਈਕਲ ਜਿਹੜਾ ਤੁਸੀਂ ਚਲਾਉਣ ਵਾਲੇ ਹੋ, ਉਹ ਕਿਹਨੂੰ ਰਨ ਕਰੇਗਾ? ਉਹ ਇਸੇ ਪ੍ਰੈਜ਼ੈਂਟ ਸਿਸਟਮ ਨੂੰ ਰਨ ਕਰੇਗਾ। ਹਾਂ, ਤੁਹਾਨੂੰ ਸਿਆਸੀ ਤੇ ਸਮਾਜਿਕ ਸੂਝ-ਬੂਝ ਨਹੀਂ ਬਣੇਗੀ, ਤੁਹਾਡੀ ਸਮਝ ਨਹੀਂ ਬਣੇਗੀ, ਤੁਹਾਡੀ ਉਹ ਸੋਸ਼ੀਓਲੋਜੀਕਲ ਸਮਝ ਨਾ ਬਣ ਪਵੇ, ਤੁਹਾਨੂੰ ਸਮਝ ਨਾ ਆ ਪਵੇ ਕਿ ਨਾ ਬਰਾਬਰਤਾ ਕੀ ਹੈ, ਅਸੀਂ ਸੈਂਸਿਟਿਵ ਨਾ ਹੋ ਪਾਈਏ। ਭਗਤ ਸਿੰਘ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹ ਛੋਟਾ ਹੁੰਦਾ ਹੈ ਜਦੋਂ ਊਧਮ ਸਿੰਘ ਦਾ ਵੀ ਦੇਖਦਾ ਹੈ ਕਿ ਹੈ ਨਾ ਕਿਹੜੀ ਉਮਰੇ ਊਧਮ ਸਿੰਘ ਚਲਾ ਗਿਆ, ਕਰਤਾਰ ਸਿੰਘ ਸਰਾਭਾ, ਔਰ ਕਿਹੜੇ ਸਮੇਂ ਵਿੱਚ ਜਲਿਆਂਵਾਲਾ ਬਾਗ ਹੁੰਦਾ ਹੈ ਤੇ ਉਹ ਸਾਰੇ ਮੈਸਕਰ ਤੋਂ ਉਹ ਕਿੱਦਾਂ ਸਿੱਖਦਾ ਹੈ, ਉਹਦੀ ਇੱਕ ਸਮਝ ਬਣਦੀ ਹੈ ਇਸ ਹਕੂਮਤ ਨੂੰ ਲੈ ਕੇ। ਉਹੀ ਸਮਝ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਣਾ ਰਹੇ ਹਾਂ। ਅਸੀਂ ਵਿਦਿਆਰਥੀ ਦੇਖ ਰਹੇ ਹਾਂ, ਜਦੋਂ ਤੁਸੀਂ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਨੂੰ ਗੋਲੀ ਮਾਰ ਦਿੰਦੇ ਹੋ, ਟੂਟੀਕੋਰਿਨ ਵਿੱਚ ਸਨਾਈਪਰ ਲੈ ਕੇ ਮਾਰ ਦਿੰਦੇ ਹੋ, ਕਸ਼ਮੀਰ ਵਿੱਚ ਜਿਸ ਤਰੀਕੇ ਨਾਲ ਤੁਸੀਂ ਪੈਲੇਟ ਗਨਸ ਨਾਲ ਉਹਨਾਂ ਦਾ ਮੂੰਹ ਸ਼ਰੀਰ ਜੜ ਦਿੰਦੇ ਹੋ, ਇਹ ਦੇਖ ਰਹੇ ਆ। ਔਰ ਇਹ ਅਸੀਂ ਇੰਨੇ ਇਨਸੈਂਸਿਟਿਵ ਨਹੀਂ ਹੋਏ। ਸਾਡੀਆਂ ਐਜੂਕੇਸ਼ਨ ਪੋਲਿਸੀ, ਸਾਡੀ ਸਰਕਾਰ ਦੀ ਹਰ ਕੋਸ਼ਿਸ਼ ਰਹਿ ਰਹੀ ਹੈ ਸਾਨੂੰ ਇਨਸੈਂਸਿਟਿਵ ਬਣਾਉਣ ਦੀ, ਸਾਡੇ ਉਹ ਖੋਪੇ ਲਾਉਣ ਦੀ ਜਿਸ ਵਿੱਚ ਸਾਡੀ ਜ਼ਿੰਦਗੀ, ਸਾਡਾ ਕਾਰੋਬਾਰ, ਸਾਡੀ ਜਿਹੜੀ ਹੈਗੀ ਆ ਸਾਡੇ ਹੀ ਗੋਲਸ ਤੱਕ ਸੀਮਿਤ ਸਾਡੀ ਜ਼ਿੰਦਗੀ ਹੈ ਜਾਵੇ। ਤਾਂ ਇਹ ਜਿਹੜਾ ਇੱਕ ਰਿਸ਼ਤਾ ਸਾਡਾ ਖੁਦ ਨਾਲ ਔਰ ਸਾਡੇ ਸਮਾਜ ਨਾਲ ਹੈ, ਇਸ ਨੂੰ ਬਿਲਡ ਕਰਨ ਬਾਰੇ ਜਿੰਨਾ ਭਗਤ ਸਿੰਘ ਆਪਣੇ ਆਰਟੀਕਲ ਵਿੱਚ ਲਿਖਦਾ ਹੈ ਟੂ ਦ ਯੰਗ ਪੋਲੀਟੀਕਲ ਲੀਡਰਸ, ਉਹ ਮੈਨੂੰ ਲੱਗਦਾ ਹੈ ਅੱਜ ਨੌਜਵਾਨ ਨੂੰ ਵੀ ਪੜ੍ਹਨਾ ਚਾਹੀਦਾ ਹੈ ਤੇ ਉਸ 'ਤੇ ਅਸੀਂ ਜਿੰਨਾ ਵੱਧ ਤੋਂ ਵੱਧ ਅਮਲ ਹੋ ਸਕੇ ਉਹ ਕਰੀਏ ਤੇ ਉਸ ਦੇ
ਆਈਡੀਆਜ਼ ਨੂੰ ਲੋਕਾਂ ਤੱਕ ਲੈ ਕੇ ਜਾਈਏ। ਜੀ ਸਰਦਾਰ ਭਗਤ ਸਿੰਘ ਹੋਰਾਂ ਦੀ ਅੱਜ ਵੀ ਉਹਨਾਂ ਦੇ ਵਿਚਾਰਾਂ ਦੀ ਫਿਲਾਸਫੀ ਦੀ ਰੈਲੇਵੈਂਸ ਹੈ, ਅੱਜ ਸਗੋਂ ਜ਼ਿਆਦਾ ਹੈ। ਜਿਸ ਤਰ੍ਹਾਂ ਕਨੂਪ੍ਰਿਆ ਨੇ ਅੱਜ ਦੇ ਸਿਆਸੀ ਤੇ ਸਮਾਜਿਕ ਹਾਲਾਤ ਦਾ ਖੁਲਾਸਾ ਕੀਤਾ ਹੈ, ਆਰਥਿਕਤਾ ਟੁੱਟ ਰਹੀ ਦਾ ਖੁਲਾਸਾ ਕੀਤਾ ਹੈ, ਐਜੂਕੇਸ਼ਨ ਪਾਲਿਸੀ ਬਾਰੇ ਗੱਲਾਂ ਕੀਤੀਆਂ ਨੇ, ਤੇ ਨੌਜਵਾਨ ਕੀ ਕਰ ਰਿਹਾ ਹੈ ਤੇ ਹੋਰ ਕੀ ਕਰ ਸਕਦਾ ਉਹਦੇ ਬਾਰੇ ਬਹੁਤ ਵਧੀਆ ਢੰਗ ਨਾਲ ਆਪਣੇ ਨਿੱਜੀ ਤਜਰਬਿਆਂ ਵਿੱਚੋਂ ਉਹਨਾਂ ਦਾ ਖੁਲਾਸਾ ਕੀਤਾ ਹੈ। ਕਨੂਪ੍ਰਿਆ ਜੀ, ਅੱਗੇ ਤੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ, ਤੇ ਅੱਜ ਤੁਸੀਂ ਸਾਨੂੰ ਬਹੁਤ ਕੀਮਤੀ ਸਮਾਂ ਦਿੱਤਾ ਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।